अकाल जी। वेलकम बैक टू YouTube चैनल लिव एंड लेट अदर्स लिव। माई सेल्फ मनप्रीत। ਅੱਜ ਦੀ ਵੀਡੀਓ ਜੀ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਹੈ ਜੋ ਕਿ ਆਲਰੇਡੀ ਕੈਨੇਡਾ ਆ ਚੁੱਕੇ ਨੇ ਜਾਂ ਫਿਰ ਨੈਕਸਟ ਇਨਟੇਕਸ ਦੇ ਵਿੱਚ ਕੈਨੇਡਾ ਆਉਣ ਵਾਲੇ ਨੇ। ਮੈਂ ਅੱਜ ਉਹਨਾਂ 5 ਕਾਮਨ ਮਿਸਟੇਕਸ ਦੀ ਗੱਲ ਕਰਾਂਗਾ ਜੋ ਮੈਂ ਕੈਨੇਡਾ ਆਉਣ ਤੋਂ ਬਾਅਦ ਦੁਹਰਾਈਆਂ ਅਤੇ ਮੈਂ ਸੁਜੈਸਟ ਕਰਾਂਗਾ ਕਿ ਜੋ ਆਉਣ ਵਾਲੇ ਸਟੂਡੈਂਟਸ ਨੇ ਜਾਂ ਆਲਰੇਡੀ ਇੱਥੇ ਆ ਚੁੱਕੇ ਨੇ ਉਹ ਇਹ ਮਿਸਟੇਕਸ ਨਾ ਦੁਹਰਾਉਣ ਅਤੇ ਇਹਨਾਂ ਨੂੰ ਅਵੋਇਡ ਕਰ ਸਕਣ। ਮੇਰੀ ਜਿਹੜੀ ਸਭ ਤੋਂ ਜ਼ਿਆਦਾ ਪਹਿਲੀ ਮਿਸਟੇਕ ਸੀ ਜੀ ਕੈਨੇਡਾ ਆਉਣ ਤੋਂ ਬਾਅਦ ਜੋ ਮੈਨੂੰ ਅਹਿਸਾਸ ਹੋਇਆ ਕਿ ਮੈਂ 1 ਸਾਲ ਦਾ ਪੀਜੀ ਡਿਪਲੋਮਾ ਕੋਰਸ ਲੈ ਕੇ ਕੈਨੇਡਾ ਆਇਆ ਸੀਗਾ ਤਾਂ ਇੱਥੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਅਗਰ ਮੈਂ 2 ਸਾਲ ਦਾ ਕੋਰਸ ਲੈ ਕੇ ਕੈਨੇਡਾ ਆਉਂਦਾ ਤਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਬਿਹਤਰ ਰਹਿੰਦਾ ਕਿਉਂਕਿ ਜੋ ਮੈਂ 1 ਸਾਲ ਦਾ ਪੀਜੀ ਡਿਪਲੋਮਾ ਕੁਲਿਨਰੀ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਲੈ ਕੇ ਆਇਆ ਸੀ ਉਸ ਤੋਂ ਬਾਅਦ ਮੈਨੂੰ ਸਿਰਫ 12 ਮੰਥ ਦਾ ਵਰਕ ਪਰਮਿਟ ਹੀ ਮਿਲਿਆ ਜੋ ਕਿ ਬਹੁਤ ਹੀ ਲੈਸ ਟਾਈਮ ਸੀ ਮੈਨੂੰ ਸਾਰਾ ਕੁਝ ਕਰਨ ਦੇ ਲਈ। ਐਜ਼ ਤੁਸੀਂ ਪਹਿਲਾਂ ਜੌਬ ਐਕਸਪੀਰੀਅੰਸ ਵੀ ਕ੍ਰੀਏਟ ਕਰਨਾ ਹੁੰਦਾ ਹੈ, ਫਿਰ ਤੁਸੀਂ PR ਦੀ ਫਾਈਲ ਲਗਾਉਣੀ ਹੁੰਦੀ ਆ। ਐਂਡ ਮੇਰਾ ਬੈਡ ਲੱਕ ਸੀ ਕਿ ਜਦ ਮੈਂ 2019 ਦੇ ਵਿੱਚ ਕੈਨੇਡਾ ਆਇਆ ਤਾਂ ਉਸ ਤੋਂ ਬਾਅਦ ਕੋਵਿਡ ਸ਼ੁਰੂ ਹੋ ਗਿਆ ਐਂਡ ਜਿਸ ਦੇ ਕਾਰਨ ਮੈਨੂੰ ਫੀਲਡ ਜੌਬ ਮਿਲਣਾ ਬਹੁਤ ਹੀ ਹਾਰਡ ਹੋ ਗਿਆ। ਤਾਂ ਅਲਬਰਟਾ ਦੇ ਵਿੱਚ ਫੀਲਡ ਜੌਬ ਨਾ ਮਿਲਣ ਦੇ ਕਾਰਨ ਮੈਨੂੰ ਕਾਫੀ ਸਫਰ ਕਰਨਾ ਪਿਆ। ਤਾਂ ਕੀ ਹੁੰਦਾ ਜੀ, ਇਸੇ ਲਈ ਮੈਂ ਸੁਜੈਸਟ ਕਰਾਂਗਾ ਕਿ ਜ਼ਿਆਦਾ ਬਿਹਤਰ ਰਹੇਗਾ ਕਿ ਜੇ ਤੁਸੀਂ 2 ਸਾਲ ਦਾ ਕੋਰਸ ਹੀ ਲਵੋ ਕਿਉਂਕਿ 2 ਸਾਲ ਦਾ ਕੋਰਸ ਲੈਣ ਤੋਂ ਬਾਅਦ ਕੀ ਹੈ ਜੀ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਤਾਂ ਤੁਹਾਨੂੰ ਕਾਫੀ ਸਮਾਂ ਮਿਲ ਜਾਂਦਾ ਹੈ ਆਪਦੀ ਲਾਈਫ ਸੈੱਟ ਕਰਨ ਦੇ ਲਈ, ਫੀਲਡ ਜੌਬ ਦੇਖਣ ਦੇ ਲਈ ਜਾਂ ਐਕਸਪ੍ਰੈਸ ਐਂਟਰੀ ਵੀ ਲਾਉਣੀ ਹੈ ਤਾਂ ਐਜ਼ ਅ ਸੁਪਰਵਾਈਜ਼ਰ ਐਕਸਪੀਰੀਅੰਸ ਵਗੈਰਾ ਬਣਾਉਣ ਦੇ ਲਈ ਤਾਂ ਤੁਹਾਡੇ ਲਈ ਕਾਫੀ ਥਿੰਗਸ ਆ ਜਿਹੜੇ ਈਜ਼ੀ ਹੋ ਜਾਂਦੇ ਨੇ। ਤਾਂ ਇਸੇ ਲਈ ਮੈਂ ਸੁਜੈਸਟ ਕਰਾਂਗਾ ਕਿ ਤੁਸੀਂ 1 ਸਾਲ ਦੀ ਜਗ੍ਹਾ ਤੇ 2 ਸਾਲ ਦੇ ਕੋਰਸ ਨੂੰ ਹੀ ਪ੍ਰੈਫਰ ਕਰੋ ਤਾਂ ਕਿ ਇੱਥੇ ਆ ਕੇ ਕੱਲ ਨੂੰ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਐਂਡ ਜੀ ਦੂਸਰੀ ਮਿਸਟੇਕ ਜੋ ਬਹੁਤ ਸਾਰੇ ਸਟੂਡੈਂਟਸ ਇੱਥੇ ਆ ਕੇ ਕਰਦੇ ਨੇ ਉਹ ਹੈ ਕਿ 0% ਫੋਕਸ ਔਨ ਸਟੱਡੀ। ਸਟੂਡੈਂਟਸ ਮੇਨਲੀ ਕੀ ਕਰਦੇ ਨੇ ਕਿ ਇੱਥੇ ਆਉਣ ਸਾਰ ਹਰ ਇੱਕ ਨੂੰ ਹੋ ਜਾਂਦਾ ਹੈ ਕਿ ਹਾਈ ਮੈਨੂੰ ਕੰਮ ਮਿਲ ਜੇ ਤਾਂ ਕੀ ਹੁੰਦਾ ਆਪਣਾ ਸਟੱਡੀ ਤੋਂ ਜੋ ਫੋਕਸ ਆ ਉਹ ਟੋਟਲੀ ਹਟ ਕੇ ਸਿਰਫ ਕੰਮ ਵੱਲ ਰਹਿ ਜਾਂਦਾ ਹੈ। ਆਪਾਂ ਕੀ ਕਰਦੇ ਹਾਂ ਕਿ 20 ਆਵਰਸ ਵਰਕ ਤੋਂ ਬਾਅਦ ਆਪਾਂ ਨੂੰ ਹੁੰਦਾ ਕਿ ਕੈਸ਼ ਜੌਬ ਵੀ ਮਿਲ ਜੇ ਤਾਂ ਹੋਰ ਜ਼ਿਆਦਾ ਪੈਸੇ ਕਮਾ ਸਕੀਏ ਜਾਂ ਫੀਸਾਂ ਕੱਢ ਸਕੀਏ ਵਿਚ ਇਜ਼ ਨਾਟ ਬੈਡ ਥਿੰਗ ਬਟ ਓਨੈਸਟਲੀ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਵੱਡਾ ਸਾਈਡ ਇਫੈਕਟ ਹੁੰਦਾ ਕਈ ਵਾਰ। ਉਹ ਕੀ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਫੋਕਸਡ ਹੋ ਜਾਂਦੇ ਹੋ ਕੰਮ ਤੇ ਪੈਸੇ ਕਮਾਉਣ ਦੇ ਵਿੱਚ ਐਂਡ ਤੁਹਾਡਾ ਸਟੱਡੀ ਤੋਂ ਧਿਆਨ ਬਿਲਕੁਲ ਹੀ ਹਟ ਜਾਂਦਾ ਜਿਸ ਦੇ ਕਾਰਨ ਕੀ ਹੁੰਦਾ ਕਈ ਵਾਰ ਤੁਸੀਂ ਆਪਣੀਆਂ ਅਸਾਈਨਮੈਂਟਸ ਟਾਈਮ ਤੇ ਸਬਮਿਟ ਨਹੀਂ ਕਰ ਪਾਉਂਦੇ ਤੇ ਤੁਹਾਡਾ GPA ਵੀ ਕਾਫੀ ਲੋ ਹੋ ਜਾਂਦਾ। ਕਈ ਵਾਰ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਕਾਲਜ ਤੁਹਾਨੂੰ ਡ੍ਰੌਪ ਆਊਟ ਕਰ ਦਿੰਦਾ ਹੈ ਜੋ ਤੁਹਾਡੀ ਫਾਈਲ ਤੇ ਬਹੁਤ ਹੀ ਬੈਡ ਇੰਪੈਕਟ ਪਾਉਂਦਾ ਹੈ। ਐਂਡ ਫਿਰ ਜਦ ਤੁਸੀਂ PGWP ਵਰਕ ਪਰਮਿਟ ਅਪਲਾਈ ਕਰਦੇ ਹੋ ਸਟੱਡੀ ਤੋਂ ਬਾਅਦ ਤਾਂ ਇਮੀਗ੍ਰੇਸ਼ਨ ਆ ਜੋ ਤੁਹਾਨੂੰ ਵਰਕ ਪਰਮਿਟ ਇਸ਼ੂ ਨਹੀਂ ਕਰਦੀ, ਤੁਹਾਡਾ ਵਰਕ ਪਰਮਿਟ ਰਿਜੈਕਟ ਕਰ ਦਿੰਦੀ ਆ। ਤਾਂ ਤੁਸੀਂ ਬਹੁਤ ਹੀ ਫਸ ਜਾਂਦੇ ਹੋ ਉਸ ਟਾਈਮ ਤੇ, ਤੁਹਾਡੇ ਕੋਲ ਜ਼ਿਆਦਾ ਆਪਸ਼ਨਸ ਨਹੀਂ ਰਹਿੰਦੇ ਜਾਂ ਤਾਂ ਤੁਸੀਂ ਫਿਰ ਦੁਬਾਰਾ ਕੋਈ 2 ਸਾਲ ਦੀ ਸਟੱਡੀ ਲੈਂਦੇ ਹੋ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਪੈਸੇ ਦਾ ਨੁਕਸਾਨ ਹੁੰਦਾ ਹੈ ਜਾਂ ਫਿਰ ਤੁਸੀਂ ਕੀ ਕਰਦੇ ਹੋ ਕਿਸੇ ਇੰਪਲੋਇਰ ਦੇ ਥਰੂ LMA ਲੈਂਦੇ ਆ $25,000-30,000 ਉਹਨਾਂ ਨੂੰ ਦੇ ਕੇ ਜਿਹੜਾ ਕਿ ਟੋਟਲੀ ਵੇਸਟ ਆਫ ਮਨੀ ਆ। ਤਾਂ ਵੇ ਬੈਟਰ ਮੇਰੀ ਸਾਰਿਆਂ ਨੂੰ ਇਹੀ ਸਲਾਹ ਹੈ ਕਿ ਜਦ ਤੁਸੀਂ ਇੱਥੇ ਸਟੱਡੀ ਕਰਨ ਆਉਂਦੇ ਹੋ ਤਾਂ ਤੁਹਾਨੂੰ ਕੰਪਲੀਟਲੀ ਫੋਕਸਡ ਰਹਿਣਾ ਚਾਹੀਦਾ ਹੈ ਆਪਦੀ ਸਟੱਡੀ ਤੇ। ਤੁਹਾਡੀ ਪਹਿਲੀ ਪ੍ਰਾਇੋਰਟੀ ਹੈ ਜੋ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਦੀ ਸਟੱਡੀ ਬਹੁਤ ਹੀ ਧਿਆਨ ਨਾਲ ਕਰਨੀ ਹੈ ਕਿਉਂਕਿ ਕੰਮ ਕਰਨ ਲਈ ਸਾਰੀ ਉਮਰ ਹੈ ਬਟ ਇੱਕ ਵਾਰ ਜੇ ਆਪਣਾ ਰੈਕਡ ਖਰਾਬ ਹੋ ਗਿਆ ਤਾਂ ਤੁਹਾਨੂੰ ਬਹੁਤ ਹੀ ਉਲਝਣਾ ਪੈਂਦਾ ਹੈ ਤੇ ਘੱਟੋ ਘੱਟ ਜਿਹੜੀ ਸਟਰਗਲ 2 ਸਾਲ ਦੀ ਹੁੰਦੀ ਹੈ ਉਹ 4 ਤੋਂ 5 ਸਾਲ ਦੀ ਹੋ ਜਾਂਦੀ ਹੈ। ਐਂਡ ਜੀ ਤੀਸਰੀ ਮਿਸਟੇਕ ਜੋ ਬਹੁਤ ਸਾਰੇ ਸਟੂਡੈਂਟਸ ਇੱਥੇ ਆ ਕੇ ਕਰਦੇ ਨੇ, ਈਵਨ ਮੈਂ ਵੀ ਉਹ ਮਿਸਟੇਕ ਦੁਹਰਾਈ ਕਿ ਨਾਟ ਜਨਰੇਟਿੰਗ ਪੈਸਿਵ ਇਨਕਮ। ਆਪਾਂ ਕੀ ਕਰਦੇ ਹਾਂ, ਆਪਾਂ ਇੱਥੇ ਆਉਣ ਸਾਰ ਹੀ ਪੈਸੇ ਦੀ ਦੌੜ ਦੇ ਵਿੱਚ ਲੱਗ ਜਾਂਦੇ ਹਾਂ ਤੇ ਆਪਾਂ ਨੂੰ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਘੰਟੇ ਕਰਕੇ ਪੈਸੇ ਕਮਾਈਏ ਅਤੇ ਜੋੜੀਏ ਪਰ ਆਪਾਂ ਕਦੇ ਵੀ ਇਹ ਨਹੀਂ ਸੋਚਦੇ ਕਿ ਪੈਸਿਵ ਇਨਕਮ ਜਨਰੇਟ ਕੀਤੀ ਜਾਵੇ। ਆਪਾਂ ਅਕਸਰ ਸੁਣਿਆ ਹੋਵੇਗਾ ਕਿ ਜਦ ਆਪਾਂ ਪੰਜਾਬ ਤੋਂ ਕੈਨੇਡਾ ਆਉਂਦੇ ਆ ਤਾਂ ਆਪਾਂ ਸਾਰੇ ਹੀ ਕਹਿੰਦੇ ਆ ਯਾਰ ਪੰਜਾਬ 'ਚ ਤਾਂ ਬੜੇ ਨਜ਼ਾਰੇ ਸੀਗੇ, ਇੱਥੇ ਆ ਕੇ ਤਾਂ ਫਸ ਕੇ ਦਿਹਾੜੀਆਂ ਕਰਨੀਆਂ ਪੈਂਦੀਆਂ ਜਾਂ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ, ਫਰੀਡਮ ਨਹੀਂ ਰਿਹਾ। ਤਾਂ ਕਾਫੀ ਗੱਲਾਂ ਹੁੰਦੀਆਂ ਨੇ ਜਿੱਦਾਂ ਕਿ ਜਦੋਂ ਆਪਾਂ ਦੁੱਖ ਰੋਂਦੇ ਆ ਆਪਦੇ। ਪਰ ਫਿਰ ਇੱਕ ਦਿਨ ਮੈਂ ਜਿੱਦਾਂ ਬੈਠਾ ਮੈਂ ਕਾਫੀ ਆਪਦੇ ਮਾਈਂਡ ਦੇ ਨਾਲ ਇਹ ਚੀਜ਼ ਸੋਚੀ ਕਿ ਕੀ ਕਰਨਾ, ਕੀ ਡਿਫਰੈਂਸ ਆ, ਇੱਦਾਂ ਕਿਉਂ ਹੁੰਦਾ। ਉਸਦਾ ਆਪਾਂ ਕਸੂਰ ਕੀ ਕੱਢਦੇ ਹਾਂ, ਆਪਾਂ ਕੈਨੇਡਾ ਦਾ ਕਸੂਰ ਕੱਢਦੇ ਹਾਂ ਕਿ ਕੈਨੇਡਾ ਤਾਂ ਕੰਟਰੀ ਹੀ ਇਹੋ ਜਿਹੀ ਹੈ, ਇੱਥੇ ਤਾਂ ਕੰਮ ਇੱਦਾਂ ਹੀ ਕਰਨਾ ਪੈਂਦਾ। ਪਰ ਕਦੇ ਵੀ ਆਪਾਂ ਕੰਪੇਅਰ ਨਹੀਂ ਕਰਦੇ ਕੀ ਡਿਫਰੈਂਸ ਆ, ਆਪਾਂ ਕੀ ਗਲਤੀਆਂ ਕਰ ਰਹੇ ਹਾਂ, ਕਿਉਂ ਨਹੀਂ ਸਾਨੂੰ ਗੁੱਡ ਲਾਈਫ ਮਿਲੀ ਕੈਨੇਡਾ ਦੇ ਵਿੱਚ, ਕਿਉਂ ਇੰਨਾ ਕੰਮ ਕਰਨਾ ਪੈ ਰਿਹਾ। ਰੀਜ਼ਨ ਹੁਣ ਧਿਆਨ ਨਾਲ ਇਸ ਗੱਲ ਨੂੰ ਸੁਣਿਓ ਜੀ, ਪੰਜਾਬ ਦੇ ਵਿੱਚ ਆਪਾਂ ਸੌਖੇ ਕਿਉਂ ਆ।
ਉੱਥੇ ਆਪਣੇ ਕੋਲ ਕੀ ਆ, ਪੈਸਿਵ ਇਨਕਮ ਦੇ ਬਹੁਤ ਸਾਰੇ ਸਾਧਨ ਹੁੰਦੇ ਨੇ। ਜਿੱਦਾਂ ਕਿ ਕਹਿ ਲਓ ਉੱਥੇ ਆਪਣੇ ਕੋਲ ਜ਼ਮੀਨਾਂ ਹੁੰਦੀਆਂ ਨੇ ਜਾਂ ਸ਼ਾਪਸ ਹੁੰਦੀਆਂ ਰੈਂਟ ਤੇ, ਅਲੱਗ-ਅਲੱਗ ਹਰ ਕਿਸੇ ਦਾ ਕੋਈ ਨਾ ਕੋਈ ਬਿਜ਼ਨਸ ਆ। ਤਾਂ ਉਸ ਦੇ ਨਾਲ ਕੀ ਹੁੰਦਾ, ਆਪਣੀ ਪੈਸਿਵ ਇਨਕਮ ਜਨਰੇਟ ਹੁੰਦੀ ਹੈ। ਜਿਵੇਂ ਕਿ ਜੇ ਕਿਸੇ ਕੋਲ 5 ਸ਼ਾਪਸ ਨੇ, ਇੱਕ ਸ਼ਾਪ ਤੁਸੀਂ 5000 ਰੁਪਏ ਕਿਰਾਏ ਤੇ ਦਿੱਤੀ ਹੋਈ ਹੈ, 10 ਸ਼ਾਪਸ ਤੇ ਤੁਹਾਨੂੰ 50000 ਰੁਪਇਆ ਕਿਰਾਇਆ ਆ ਰਿਹਾ ਇੰਡੀਆ ਮਹੀਨੇ ਦਾ, ਤਾਂ ਉਹ ਕੀ ਤੁਹਾਡੀ ਪੈਸਿਵ ਇਨਕਮ ਆ। ਤੁਹਾਨੂੰ ਇਸੇ ਲਈ ਮਾਈਂਡ ਤੇ ਸਟ੍ਰੈਸ ਨਹੀਂ ਹੁੰਦਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਹੈ। ਸੈਕੰਡਲੀ ਤੁਹਾਡੇ ਕੋਲ ਜ਼ਮੀਨਾਂ ਹੁੰਦੀਆਂ ਨੇ, ਤਾਂ ਆਪਾਂ ਕੀ ਕਰਦੇ ਹਾਂ ਕਿ ਉਹਨਾਂ ਨੂੰ ਜ਼ਿਆਦਾਤਰ ਟਾਈਮ ਆਪਾਂ ਠੇਕੇ ਤੇ ਦੇ ਦਿੰਦੇ ਹਾਂ ਜਾਂ ਆਪਾਂ ਖੁਦ ਖੇਤੀ ਕਰਦੇ ਹਾਂ, ਜਿਹਦੇ ਤੋਂ ਆਪਾਂ ਨੂੰ ਇਨਕਮ ਜਨਰੇਟ ਹੁੰਦੀ ਆ। ਪਰ ਇੱਥੇ ਆ ਕੇ ਆਪਾਂ ਟੋਟਲੀ ਓਪੋਜ਼ਿਟ ਕਰਦੇ ਹਾਂ। ਆਪਾਂ ਕੀ ਕਰਦੇ ਹਾਂ ਜੀ, ਆਪਾਂ ਜੌਬਸ ਕਰਨ ਲੱਗ ਜਾਂਦੇ ਹਾਂ ਇੱਥੇ ਆ ਕੇ, ਵਿਚ ਇਜ਼ ਨਾਟ ਬੈਡ। ਓਬਵੀਅਸ ਆ ਸਟਾਰਟਅਪ ਵਿੱਚ ਜਦ ਜੇਬ ਦੇ ਵਿੱਚ ਕੁਝ ਵੀ ਨਹੀਂ, ਜੌਬ ਕਰਨੀ ਹੀ ਪਊਗੀ। ਬਟ ਆਪਾਂ ਕੰਪਲੀਟਲੀ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜੌਬ ਦੇ ਨਾਲ ਨਾਲ ਆਪਾਂ ਆਪਦੇ ਐਸੈਟਸ ਵੀ ਜਨਰੇਟ ਕਰਨੇ ਆ ਜਾਂ ਆਪਾਂ ਆਪਦੀ ਇਨਕਮ ਵੀ ਜਨਰੇਟ ਕਰਨੀ ਆ, ਪੈਸਿਵ ਇਨਕਮ, ਤਾਂ ਕਿ ਆਪਾਂ ਆਉਣ ਵਾਲਾ ਫਿਊਚਰ ਆ ਜੋ ਸਟ੍ਰੈਸ ਫਰੀ ਰਹਿ ਸਕੀਏ। ਤਾਂ ਕੀ ਕਰਦੇ ਆ ਆਪਾਂ ਨੋਰਮਲੀ ਇੱਥੇ ਦੇਖਿਓ ਤੁਸੀਂ 90% ਲੋਕ ਜੋ ਕਰਦੇ ਆ ਉਹ ਕੀ ਆ ਕਿ ਆਉਂਦੇ ਨੇ, ਜੌਬਸ ਕਰਦੇ ਨੇ, ਉਸ ਜੌਬਸ ਦੀ ਮਨੀ ਨਾਲ ਮਹਿੰਗੇ ਕਾਰਾਂ ਦੇ ਲੋਨ ਚੱਕ ਲੈਂਦੇ ਨੇ, ਘਰ ਲੈ ਲੈਂਦੇ ਨੇ, ਐਂਡ ਫਿਰ ਬਹੁਤ ਹੀ ਜ਼ਿਆਦਾ ਗੁੰਝਲਦਾਰ ਇੱਕ ਬਣ ਜਾਂਦੀ ਹੈ ਕਿ ਤੁਸੀਂ ਜੌਬ ਦੇ ਵਿੱਚ ਧਸੇ ਹੀ ਤੁਰੇ ਜਾਂਦੇ ਹੋ। ਤੁਹਾਡੇ ਕੋਲ ਨਾ ਖੁਦ ਲਈ ਸਮਾਂ ਰਹਿੰਦਾ ਹੈ ਤੇ ਨਾ ਹੀ ਤੁਹਾਡੇ ਕੋਲ ਫੈਮਿਲੀ ਲਈ ਸਮਾਂ ਰਹਿੰਦਾ। ਇਸੇ ਲਈ ਮੇਰੀ ਸੁਜੈਸ਼ਨ ਆ, ਇਹ ਮੋਸਟ ਇੰਪੋਰਟੈਂਟ ਪੁਆਇੰਟ ਆ, ਪੈਸਿਵ ਇਨਕਮ ਤੇ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ। ਆਪਾਂ ਨੂੰ ਸੋਚਣਾ ਚਾਹੀਦਾ ਇੱਥੇ ਆ ਕੇ ਕਿ ਆਪਾਂ ਪੈਸਿਵ ਇਨਕਮ ਜ਼ਿਆਦਾ ਤੋਂ ਜ਼ਿਆਦਾ ਕਿੱਦਾਂ ਜਨਰੇਟ ਕਰ ਸਕਦੇ ਹਾਂ। ਜੋ ਮੇਰੇ ਅਕੋਰਡਿੰਗ, ਜੋ ਮੇਰੇ ਲਈ ਚੀਜ਼ਾਂ ਵਰਕਆਊਟ ਕਰਦੀਆਂ ਨੇ, ਜੋ ਮੈਨੂੰ ਬੈਸਟ ਲੱਗਿਆ, ਇੱਕ ਹੈਗੀ ਆ ਜੀ ਡਿਵੀਡੈਂਡ ਸਟਾਕਸ ਦੇ ਵਿੱਚ ਇਨਵੈਸਟ ਕਰਨਾ। ਜਿਵੇਂ ਆਪਾਂ ਆਉਂਦੇ, ਆਪਾਂ ਨੂੰ ਥੋੜੀ ਤੋਂ ਥੋੜੀ ਮਨੀ, ਚੰਗੀਆਂ ਕੰਪਨੀਆਂ ਜੋ 50 ਤੋਂ 60 ਸਾਲ ਤੋਂ ਆਪਾਂ ਨੂੰ ਪਤਾ ਹੈ ਕਿ ਸਰਵਾਈਵ ਕਰ ਰਹੀਆਂ ਨੇ, ਬਹੁਤ ਹੀ ਵਧੀਆ ਉਹਨਾਂ ਦੇ ਰੈਕਰਡਸ ਨੇ, ਡਿਵੀਡੈਂਡਸ ਪੇ ਕਰਦੀਆਂ ਨੇ, ਆਪਾਂ ਨੂੰ ਉਹਨਾਂ ਕੰਪਨੀਆਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ। ਖਾਸ ਕਰਕੇ ਬੈਂਕਸ ਦੇ ਵਿੱਚ, ਜਿੱਦਾਂ ਕਿ TD ਬੈਂਕ ਹੋ ਗਿਆ, ਸਕੋਸ਼ੀਆ ਬੈਂਕ ਹੋ ਗਿਆ, CIBC ਹੋ ਗਿਆ, ਐਂਡ ਹੋਰ ਬਹੁਤ ਸਾਰੇ ਆਪਸ਼ਨਸ ਨੇ, ਜਿੱਦਾਂ ਗੈਸ ਕੰਪਨੀਜ਼, ਇਨਬ੍ਰਿਜ ਹੋ ਗਈ, 60-70 ਸਾਲ ਪੁਰਾਣੀ ਕੰਪਨੀ ਆ। ਤਾਂ ਜੇ ਆਪਾਂ ਇਦਾਂ ਦੀਆਂ ਇਨਵੈਸਟਮੈਂਟਸ ਕਰਾਂਗੇ, ਓਬਵੀਅਸ ਆ ਇਨਫਲੇਸ਼ਨ ਦੇ ਨਾਲ ਆਪਣੀ ਮਨੀ ਵੀ ਗਰੋ ਕਰੂਗੀ ਐਂਡ ਆਪਾਂ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੋਣਗੇ, ਜਿੱਦਾਂ ਕਿ ਪੈਸਿਵ ਇਨਕਮ ਜਨਰੇਟ ਹੋਊਗੀ। ਕਾਫੀ ਡਿਵੀਡੈਂਡਸ ਹੁੰਦੇ ਨੇ ਜੋ 4% ਤੋਂ ਲੈ ਕੇ 10 ਤੋਂ 15% ਤੱਕ ਵੀ ਡਿਵੀਡੈਂਡਸ ਦਿੰਦੇ ਨੇ। ਤਾਂ ਤੁਸੀਂ ਆਪਦੀ ਜਦ ਸਰਚ ਆਊਟ ਕਰੋਗੇ ਐਂਡ ਇਸ ਚੀਜ਼ ਬਾਰੇ ਸਟੱਡੀ ਕਰੋਗੇ, ਤੁਹਾਨੂੰ ਜ਼ਿਆਦਾ ਪਤਾ ਲੱਗੂਗਾ। ਮੈਂ ਇਸ ਚੀਜ਼ ਤੇ ਕਾਫੀ ਫੋਕਸ ਇਸ ਲਈ ਕਰ ਰਿਹਾ ਕਿਉਂਕਿ ਇਹ ਇੱਕੋ ਇੱਕ ਸਾਧਨ ਆ ਜਿਹਦੇ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ ਐਂਡ ਆਪਦਾ ਜਿਹੜਾ ਹੈ ਤੁਸੀਂ ਫਾਈਨੈਂਸ਼ੀਅਲ ਫਰੀडम ਪਾ ਸਕਦੇ ਹੋ ਜੇ ਧਿਆਨ ਨਾਲ ਕੀਤਾ ਜਾਵੇ। ਮੈਂ ਵੀ ਨਵਾਂ ਇਹ ਚੀਜ਼ ਸ਼ੁਰੂ ਕੀਤੀ ਐਂਡ ਓਨੈਸਟਲੀ ਬਲੀਵ ਮੀ, ਇਸ ਚੀਜ਼ ਦੇ ਵਿੱਚ ਰੀਅਲੀ ਇਟਸ ਵਰਕਿੰਗ। ਜਦ ਫ੍ਰੀ ਮਨੀ ਆਉਂਦੀ ਹੈ ਨਾ ਡਿਵੀਡੈਂਡਸ ਦੀ, ਤਾਂ ਅੰਦਰੋਂ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਤੁਹਾਨੂੰ ਬਿਨਾਂ ਕੁਝ ਕੀਤੇ ਘਰ ਬੈਠੇ ਬੈਠੇ ਪੈਸਾ ਆ ਰਿਹਾ। ਐਂਡ ਜੀ ਚੌਥੀ ਮਿਸਟੇਕ ਜੋ ਬਹੁਤ ਸਾਰੇ ਸਟੂਡੈਂਟਸ ਇਨਕਲੂਡਿੰਗ ਮੀ, ਇਹ ਮਿਸਟੇਕ ਮੈਂ ਵੀ ਜਦ ਨਿਊ ਆਇਆ ਸੀ ਇਸ ਕੰਟਰੀ ਵਿੱਚ ਮੈਂ ਕੀਤੀ, ਕਿ ਆਪਾਂ ਜਿਵੇਂ ਹੀ ਨਵੇਂ ਆਉਂਦੇ ਆ ਆਪਾਂ ਨੂੰ ਨਵੇਂ ਆਈਫੋਨ ਦਾ ਜਾਂ ਹੋਰ ਮਹਿੰਗੇ ਫੋਨਾਂ ਦਾ ਬਹੁਤ ਜ਼ਿਆਦਾ ਚਾਅ ਹੁੰਦਾ ਹੈ। ਤਾਂ ਮੈਂ ਜਦ ਆਇਆ ਸੀਗਾ, ਮੈਂ ਜ਼ਿਆਦਾ ਵੱਡਾ ਫੋਨ ਤਾਂ ਨਹੀਂ, ਪਰ ਮੈਂ ਉਸ ਵਕਤ ਆਈਫੋਨ 8 ਆਈ ਨੂੰ ਥੋੜਾ ਟਾਈਮ ਹੀ ਹੋਇਆ ਸੀ, ਮੈਂ ਆਈਫੋਨ 8 ਲੈ ਲਿਆ। ਤਾਂ ਆਈਫੋਨ 8 ਉਸ ਵਕਤ ਇੰਨੀ ਨੌਲੇਜ ਨਹੀਂ ਸੀ ਕਿ ਕਿੱਦਾਂ ਇੱਥੋਂ ਦੇ ਸਿਸਟਮਸ ਨੇ ਜੋ ਵਰਕ ਕਰਦੇ ਨੇ। ਮੈਂ ਜਿੱਦਾਂ ਹੀ ਸ਼ਾਪ ਤੇ ਜਾ ਕੇ ਬੈਠਾ, ਉਹਨਾਂ ਨੇ ਕਿਹਾ ਜੀ ਤੁਹਾਨੂੰ ਕੱਲਾ ਪਲਾਨ ਲੈਣ ਦੀ ਜਗ੍ਹਾ ਤੇ ਜਿਵੇਂ ਤੁਹਾਡੇ ਕੋਲ ਪੁਰਾਣਾ ਫੋਨ ਆ ਤਾਂ ਤੁਸੀਂ ਇਦਾਂ ਕਰੋ, ਤੁਹਾਨੂੰ ਪਲਾਨ ਦੇ ਨਾਲ ਅਸੀਂ ਫੋਨ ਫ੍ਰੀ ਦੇ ਦਿੰਦੇ ਆ। ਤੁਸੀਂ ਕੀ ਹੋਣਾ, ਬਸ 2 ਸਾਲ ਦੇ ਲਈ ਤੁਸੀਂ ਆਪਦਾ ਨੰਬਰ ਚੇਂਜ ਨਹੀਂ ਕਰਨਾ, ਜੋ ਵੀ ਪੈਸੇ ਹੋਣਗੇ, ਜਿੱਦਾਂ $60 ਦਾ ਪਲਾਨ ਸੀ, ਤੁਸੀਂ ਉਹ ਭਰਦੇ ਰਹਿਣਾ ਹੈ ਅਤੇ ਤੁਹਾਡਾ ਫੋਨ ਆ ਜੋ ਤੁਹਾਨੂੰ 2 ਸਾਲ ਦੇ ਵਿੱਚ ਫ੍ਰੀ ਹੋ ਜਾਏਗਾ ਐਂਡ ਤੁਹਾਨੂੰ ਇਹਦੇ ਲਈ ਕੋਈ ਵੀ ਮਨੀ ਨਹੀਂ ਦੇਣੀ ਪੈਣੀ, ਸਿਰਫ ਤੁਹਾਨੂੰ ਕੀ ਆ ਆਪਦੇ ਪਲਾਨ ਦਾ ਹੀ ਪੇ ਕਰਨਾ ਪੈਣਾ ਹੈ ਜੋ ਵੀ ਬਿੱਲ ਆਏਗਾ। ਤਾਂ ਮੈਨੂੰ ਲੱਗਿਆ ਬੜਾ ਵਧੀਆ ਆਫਰ ਆ ਜੀ, ਮੈਨੂੰ ਤਾਂ ਅਸੈਪਟ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਫੋਨ ਫ੍ਰੀ 'ਚ ਮਿਲ ਗਿਆ, ਸਿਰਫ ਪਲਾਨ ਦੇ ਪੈਸੇ ਦੇਣੇ ਆ। ਪਰ ਉਸ ਵਕਤ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਉਹ ਪਲਾਨ ਮੈਨੂੰ ਕਿੰਨੇ 'ਚ ਤੇ ਕਿੱਦਾਂ ਮਿਲ ਰਿਹਾ। $60 ਦੇ ਵਿੱਚ ਮੈਨੂੰ ਸਿਰਫ 2 GB ਡਾਟਾ ਮਿਲਿਆ। ਮੈਨੂੰ ਬਹੁਤ ਤਕਲੀਫ ਆਈ ਬਿਕੋਜ਼ ਮੇਰੇ ਕੋਲ ਕੋਈ ਉਸ ਵਕਤ ਵਹੀਕਲ ਨਹੀਂ ਸੀਗਾ, ਸਿਰਫ ਇੱਕ ਓਬਵੀਅਸ ਆ ਪਬਲਿਕ ਸਰਵਿਸਿਜ਼ ਯੂਜ਼ ਕਰਦੇ ਸੀ, ਵਾਰ-ਵਾਰ ਗੂਗਲ ਦੀ ਜ਼ਰੂਰਤ ਪੈਂਦੀ ਸੀ। 2 GB ਡਾਟਾ ਤੁਹਾਨੂੰ ਵੀ ਪਤਾ ਹੈ 1 ਸੈਕਿੰਡ ਦੇ ਵਿੱਚ ਚਲਾ ਜਾਂਦਾ ਹੈ, ਤਾਂ ਕਾਫੀ ਟਫ ਆਇਆ। ਜਿੱਦਾਂ ਕੈਨੇਡਾ 'ਚ ਟਾਈਮ ਹੋਇਆ ਤਾਂ ਪਤਾ ਲੱਗਿਆ ਕਿ 2 ਸਾਲ ਬਾਅਦ ਜਿੱਦਾਂ ਕਿ ਫੋਨ ਮੇਰਾ ਫ੍ਰੀ ਹੋ ਗਿਆ, ਤਾਂ ਮੈਂ ਗਿਆ ਵਾਪਿਸ ਕਿ ਜੀ ਮੈਨੂੰ ਨਵਾਂ ਪਲਾਨ ਚਾਹੀਦਾ ਹੈ, ਮੇਰੇ ਕੋਲ ਆਪਦਾ ਪਰਸਨਲ ਫੋਨ ਆ, ਮੈਨੂੰ ਸਿਰਫ ਪਲਾਨ ਚਾਹੀਦਾ। ਤਾਂ ਮੈਨੂੰ ਉਹੀ ਪਲਾਨ ਜੋ ਸੀ $45 ਦੇ ਵਿੱਚ ਮੈਨੂੰ 25 GB ਡਾਟਾ ਮਿਲਿਆ। ਤੁਸੀਂ ਇੱਥੇ ਖੁਦ ਹੀ ਸਮਝਦਾਰ ਹੋ, ਤੁਸੀਂ ਡਿਫਰੈਂਸ ਨੂੰ ਕੰਪੇਅਰ ਕਰ ਸਕਦੇ ਹੋ। $60 ਦੇ ਵਿੱਚ 2 GB ਡਾਟਾ ਐਂਡ $45 ਦੇ ਵਿੱਚ 25 GB ਡਾਟਾ। There is a big difference in this.
ਸੋ ਤਾਂ ਮੇਰੀ ਇਹੀ ਸਲਾਹ ਹੈ ਜੀ, ਕਦੇ ਵੀ ਮੂਰਖ ਨਾ ਬਣੋ ਜੀ, ਇਹਨਾਂ ਚੀਜ਼ਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ। ਕਿਉਂਕਿ ਕੋਈ ਵੀ ਪਰਸਨ ਆ ਜਿਸਨੇ ਸੇਲਸ ਐਂਡ ਮਾਰਕੀਟਿੰਗ ਪਰਸਨ ਆ, ਉਸ ਦਾ ਕੰਮ ਆ ਤੁਹਾਨੂੰ ਪ੍ਰੋਡਕਟ ਵੇਚਣਾ, ਉਹਨਾਂ ਨੇ ਤਾਂ ਆਪਦਾ ਜ਼ੋਰ ਲਾਉਣਾ ਹੀ ਆ। ਆਪਾਂ ਦੇਖਣਾ ਕਿ ਆਪਣੇ ਲਈ ਕੀ ਚੰਗਾ ਤੇ ਕੀ ਮਾੜਾ ਹੈ। ਜੇ ਤੁਸੀਂ ਫੋਨ ਲੈਣਾ ਵੀ ਆ, ਮੇਰੀ ਸਲਾਹ ਇਹੀ ਆ ਕਿ ਟਰਾਈ ਕਰੋ ਕਿ ਤੁਹਾਡੇ ਕੋਲ ਇਨਫ ਹੋਵੇ ਕਿ ਕੈਸ਼ ਮਨੀ ਤੁਸੀਂ ਉਸ ਦਾ ਪੇ ਕਰ ਸਕੋ। ਸੋ ਮੇਰੀ ਇਹੀ ਸਲਾਹ ਹੈ ਨਵੇਂ ਸਟੂਡੈਂਟਸ ਨੂੰ ਕਿ ਜਾਂ ਤਾਂ ਤੁਸੀਂ ਇੰਡੀਆ ਤੋਂ ਹੀ ਆਪਦਾ ਫੋਨ ਕੋਈ ਨਾ ਕੋਈ ਲੈ ਕੇ ਆਵੋ, ਅਤੇ ਜਿੰਨਾ ਟਾਈਮ ਤੁਹਾਡੀ ਸਟੇਬਿਲਿਟੀ ਨਹੀਂ ਬਣਦੀ ਉਨਾ ਟਾਈਮ ਤੱਕ ਤੁਸੀਂ ਉਹੀ ਫੋਨ ਯੂਜ਼ ਕਰੋ। ਬਟ ਐਨੀਵੇਜ਼, ਜੇ ਤੁਹਾਨੂੰ ਫੋਨ ਦੀ ਜ਼ਰੂਰਤ ਪੈਂਦੀ ਵੀ ਆ ਤਾਂ ਤੁਸੀਂ ਲੇਟੈਸਟ ਆਈਫੋਨਸ ਜਾਂ ਕੁਝ ਵੀ ਉਹਨਾਂ ਲਈ ਨਾ ਜਾਓ, ਬਿਕੋਜ਼ ਦੋਜ਼ ਆਰ ਰੀਅਲੀ ਐਕਸਪੈਂਸਿਵ ਫॉर ਦ ਟਾਈਮ। ਇੱਕ ਨਵੇਂ ਪਰਸਨ ਲਈ ਰੀਅਲੀ ਉਹ ਚੀਜ਼ਾਂ ਐਕਸਪੈਂਸਿਵ ਹੁੰਦੀਆਂ ਨੇ, ਤਾਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰੋ। ਕੁਝ ਵੀ ਇੱਕ ਵਾਰ ਲੈ ਲਓ, ਜਿੱਦਾਂ ਕਿ ਫॉर ਦ ਟਾਈਮ 13 Pro Max ਚੱਲ ਰਿਹਾ, ਤੁਸੀਂ 12 ਲੈ ਲਓ। ਉਹਦੇ ਨਾਲ ਕੀ ਆ, ਥੋੜਾ ਜਿਹਾ ਕੀ ਆ, ਤੁਸੀਂ ਇੱਕ ਮਾਡਲ ਪਿੱਛੇ ਜ਼ਰੂਰ ਚਲੇ ਗਏ, ਸ਼ੋਸ਼ੇਬਾਜ਼ੀ ਚਲੋ ਨਹੀਂ ਹੋਵੇਗੀ, ਪਰ ਤੁਸੀਂ ਵਾਕਿਆ ਕੰਪੇਅਰ ਕਰੋਗੇ ਤਾਂ ਕਾਫੀ ਸਾਰਾ ਪੈਸਾ ਸੇਵ ਕਰ ਪਾਓਗੇ। ਐਂਡ ਪਲਾਨਸ ਤੋਂ ਬਚੋ, ਟਰਾਈ ਕਰੋ ਕਿ ਫੋਨ ਨੂੰ ਤੁਸੀਂ ਸਿੰਪਲੀ ਖਰੀਦ ਸਕੋ, ਤੇ ਜਿਸ ਦੇ ਨਾਲ ਤੁਹਾਨੂੰ ਫਾਇਦਾ ਹੋਏਗਾ। ਪਲਾਨਸ ਬਹੁਤ ਚੀਪ ਮਿਲ ਜਾਣਗੇ ਐਂਡ ਡਾਟਾ ਜ਼ਿਆਦਾ ਤੋਂ ਜ਼ਿਆਦਾ ਮਿਲੇਗਾ। ਲਾਸਟ ਬਟ ਨਾਟ ਲੀਸਟ ਮਿਸਟੇਕ ਇਜ਼ ਇੰਟਰਨੈਸ਼ਨਲ ਸਟੂਡੈਂਟਸ ਇਜ਼ ਬਾਇੰਗ ਐਕਸਪੈਂਸਿਵ ਕਾਰਸ ਔਨ ਫਾਈਨੈਂਸ। ਇਸ ਦੇ ਵਿੱਚ ਕੀ ਹੈ ਜੀ, ਆਪਾਂ ਕੀ ਕਰਦੇ ਆ, ਨੋਰਮਲੀ ਆਪਾਂ ਜਦ ਆਉਂਦੇ ਆ ਇੰਡੀਆ ਤੋਂ ਤਾਂ ਆਪਾਂ ਨੂੰ ਮਹਿੰਗੀਆਂ ਚੀਜ਼ਾਂ ਦਾ, ਬ੍ਰਾਂਡਾਂ ਦਾ ਬਹੁਤ ਸ਼ੌਂਕ ਹੁੰਦਾ। ਆਪਾਂ ਦੇਖਦੇ ਆ ਜਿਹੜੇ ਸਟੂਡੈਂਟਸ ਨੂੰ ਜਾਂ ਪੀਪਲ ਨੂੰ ਇੱਥੇ ਅਰਾਊਂਡ 3 ਤੋਂ 4 ਸਾਲ ਹੋ ਗਏ ਹੁੰਦੇ ਆ, ਉਹਨਾਂ ਕੋਲ ਮਹਿੰਗੀਆਂ ਕਾਰਾਂ ਹੁੰਦੀਆਂ ਨੇ, ਐਕਸਪੈਂਸਿਵ ਫੋਨਸ ਹੁੰਦੇ ਨੇ, ਐਕਸਪੈਂਸਿਵ ਕਲੋਥਿੰਗ ਹੁੰਦੀ ਆ, ਤਾਂ ਆਪਾਂ ਕਾਫੀ ਅਟਰੈਕਟ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਦੇਖ ਕੇ, ਤੇ ਆਪਾਂ ਨੂੰ ਹੁੰਦਾ ਕਿ ਇਹ ਚੀਜ਼ਾਂ ਸਾਡੇ ਕੋਲ ਵੀ ਹੋਣ। ਤਾਂ ਆਪਾਂ ਕੀ ਕਰਦੇ ਆ, ਆਪਾਂ ਨਿਊ ਆਏ ਹੁੰਦੇ ਆ, ਆਪਣੀ ਇੰਨੀਆਂ ਸੇਵਿੰਗਸ ਵੀ ਨਹੀਂ ਹੁੰਦੀਆਂ, ਆਪਾਂ ਫਾਈਨੈਂਸ਼ੀਅਲੀ ਅਜੇ ਸਟਰੋਂਗ ਨਹੀਂ ਹੋਏ ਹੁੰਦੇ, ਤਾਂ ਆਪਾਂ ਉਦੋਂ ਹੀ ਕੀ ਕਰਦੇ ਆ, ਆਪਾਂ ਮਹਿੰਗੀਆਂ ਕਾਰਾਂ ਨੂੰ ਦਾ ਫਾਈਨੈਂਸ ਕਰਵਾ ਲੈਂਦੇ ਆ, ਜਿਹੜੀ ਕਿ ਆਪਣੀ ਬਹੁਤ ਹੀ ਜ਼ਿਆਦਾ ਵੱਡੀ ਮਿਸਟੇਕ ਹੁੰਦੀ ਹੈ। ਲੈਟਸ ਸੇ ਫॉर ਐਗਜ਼ਾਮਪਲ ਤੁਸੀਂ 60 ਤੋਂ 70 ਹਜ਼ਾਰ ਡਾਲਰ ਦੀ ਕਾਰ ਦਾ ਤੁਸੀਂ ਫਾਈਨੈਂਸ ਕਰਵਾ ਲਿਆ। ਸ਼ੋਸ਼ੇਬਾਜ਼ੀ ਲਈ ਇੱਕ ਓਬਵੀਅਸ ਦਾ ਤੁਹਾਨੂੰ ਲੱਗੂਗਾ ਕਿ ਹਾਂ ਸਾਡੀ ਬਹੁਤ ਟੌਰ ਬਣ ਗਈ, ਬਟ ਇੱਥੇ ਨੋ ਵਨ ਕੇਅਰਸ, ਬਿਕੋਜ਼ ਇੱਥੇ ਚੜ੍ਹਦੀ ਤੋਂ ਚੜ੍ਹਦੀ ਗੱਡੀ ਹੈ ਲੋਕਾਂ ਕੋਲ, ਕਿਸ ਨੂੰ ਪਤਾ ਕਿ ਵਿੱਚ ਕੌਣ ਬੈਠਾ ਤੇ ਕਿੱਥੇ ਜਾ ਰਿਹਾ, ਉਹ ਸਿਰਫ ਤੁਹਾਨੂੰ ਪਤਾ ਕਿ ਤੁਸੀਂ ਕੀ ਚਲਾ ਰਹੇ ਹੋ ਜੀ। ਮੇਰੀ ਇਹੀ ਸੁਜੈਸ਼ਨ ਹੈ ਕਿ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ ਜੀ। ਹੁਣ ਮੈਂ ਇਹਦੇ ਨਾਲ ਹੀ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ। ਲੈਟਸ ਸੇ ਕਿ ਤੁਸੀਂ 60 ਤੋਂ 70 ਹਜ਼ਾਰ ਡਾਲਰ ਦੀ ਇੱਕ ਕਾਰ ਲੈ ਲਈ ਜਾਂ ਕੋਈ ਵੀ ਵਹੀਕਲ ਲੈ ਲਿਆ, ਐਂਡ ਤੁਸੀਂ ਉਹਦਾ ਫਾਈਨੈਂਸ ਕਰਵਾ ਲਿਆ। ਹੁਣ ਤੁਹਾਨੂੰ ਵੀ ਪਤਾ ਹੈ ਕਿ ਤੁਹਾਡਾ ਕ੍ਰੈਡਿਟ ਬਹੁਤ ਹੀ ਨਿਊ ਆ, ਤੁਹਾਨੂੰ ਕੋਈ ਵੀ ਬੈਂਕ ਈਜ਼ੀਲੀ ਫਾਈਨੈਂਸ ਨਹੀਂ ਕਰੇਗਾ, ਤੁਹਾਡੇ ਤੋਂ ਬਹੁਤ ਹੀ ਜ਼ਿਆਦਾ ਇੰਟਰਸਟ ਰੇਟ ਲੈਣਗੇ। ਤੁਸੀਂ 6 ਤੋਂ 7% ਇੰਟਰਸਟ ਰੇਟ ਤੇ ਤੁਸੀਂ 60,000 ਦਾ ਜ਼ੀਰੋ ਡਾਊਨ ਪੇਮੈਂਟ ਤੇ ਲੋਨ ਕਰਵਾ ਲਿਆ। ਹੁਣ ਤੁਹਾਨੂੰ ਇੱਕ ਵਾਰ ਤਾਂ ਇਦਾਂ ਲੱਗਦਾ ਯਾਰ ਕੋਈ ਵੀ ਡਾਲਰ ਨਹੀਂ ਦੇਣਾ ਪਿਆ, ਫ੍ਰੀ ਦੇ ਵਿੱਚ ਗੱਡੀ ਘਰ ਆ ਗਈ। ਬਟ ਹੁਣ ਜੋ 5 ਤੋਂ 7 ਸਾਲ ਲਈ ਤੁਸੀਂ ਬੌਂਡ ਹੋ ਗਏ ਹੋ, ਉਸ ਤੁਹਾਡੇ ਲਈ ਬਹੁਤ ਹੀ ਨੁਕਸਾਨਦਾਇਕ ਸਿੱਧ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਪਹਿਲੀ ਚੀਜ਼ ਤਾਂ ਇਹ ਹੁੰਦੀ ਆ, ਜਦੋਂ ਆਪਾਂ ਨਵੇਂ ਹੁੰਦੇ ਆ, ਹਜੇ ਆਪਣੀ ਇਨਕਮ ਦੀ ਸਟੇਬਿਲਿਟੀ ਨਹੀਂ ਬਣੀ ਹੁੰਦੀ, ਆਪਣੀ ਇਨਕਮ ਇੰਨੀ ਜ਼ਿਆਦਾ ਨਹੀਂ ਹੁੰਦੀ, ਐਂਡ ਆਪਾਂ ਖਰਚੇ ਬਹੁਤ ਜ਼ਿਆਦਾ ਅਪ ਕਰ ਲੈਂਦੇ ਹੋ। ਇੱਕ ਵਹੀਕਲ ਨਾਲ ਹੀ ਤੁਸੀਂ ਸੋਚ ਕੇ ਦੇਖੋ ਤੁਹਾਡੀ ਇਨਕਮ ਕਿੰਨੀ ਇਫੈਕਟ ਹੁੰਦੀ ਆ। 600 ਤੋਂ 700 ਡਾਲਰ ਮੰਥ ਦੀ ਇੰਸਟਾਲਮੈਂਟ ਘੱਟੋ ਘੱਟ ਕਿਸ਼ਤ ਜਾਂਦੀ ਆ, ਫਿਰ ਉਸ ਤੇ ਕਹਿ ਲਓ 400 ਡਾਲਰ ਦੀ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੋ, ਐਂਡ ਇਸ ਤੋਂ ਇਲਾਵਾ ਤੁਸੀਂ ਗੈਸ ਦਾ ਖਰਚਾ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕੁ ਡਰਾਈਵ ਕਰਦੇ ਹੋ। ਤਾਂ ਅਰਾਊਂਡ ਮੋਟਾ ਜਿਹਾ ਹਿਸਾਬ ਲਾਵਾਂ ਤਾਂ ਇੱਕ ਨਵਾਂ ਵਹੀਕਲ ਲੈ ਕੇ ਜੀ ਤੁਸੀਂ 1200 ਤੋਂ 1400 ਡਾਲਰ ਦਾ ਖਰਚਾ ਇੱਕ ਮੰਥ ਦੇ ਵਿੱਚ ਵਧਾ ਲੈਂਦੇ ਹੋ, which is really like 1400 ਡਾਲਰ is a big money। ਤੁਸੀਂ 1400 ਡਾਲਰ ਸਟਾਰਟਅਪ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ। ਇਸ ਮਨੀ ਦੇ ਨਾਲ ਤੁਸੀਂ ਇਨਵੈਸਟ ਕਰ ਸਕਦੇ ਹੋ ਜਾਂ ਤੁਸੀਂ ਆਪਦੀ ਸੇਵਿੰਗਸ ਕਰ ਸਕਦੇ ਹੋ, ਤਾਂ ਕਿ ਤੁਸੀਂ ਅੱਗੇ ਜਾ ਕੇ ਕੋਈ ਵੀ ਤੁਹਾਡੀ ਪਲੈਨਿੰਗ ਆ, ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਕੋਈ ਵੀ, ਜਾਂ ਤੁਸੀਂ ਕੁਝ ਵੀ ਹੋਰ ਕਰਨਾ ਚਾਹੁੰਦੇ ਹੋ, ਐਟਲੀਸਟ ਯੂ ਕੈਨ ਡੂ ਸਮਥਿੰਗ ਵਿਦ ਦੈਟ ਮਨੀ। ਬਟ ਵਹੀਕਲ ਦੀ ਇੰਸਟਾਲਮੈਂਟਸ ਦੇ ਵਿੱਚ ਐਂਡ ਤੁਸੀਂ ਵਿਆਜ ਦੇ ਵਿੱਚ ਫਸਦੇ ਰਹਿ ਜਾਂਦੇ ਹੋ, ਐਂਡ ਤੁਸੀਂ ਇੰਨਾ ਸੇਵ ਵੀ ਨਹੀਂ ਕਰ ਪਾਉਂਦੇ। ਫਿਰ ਤੁਸੀਂ PR ਤੋਂ ਬਾਅਦ ਜੇ ਤੁਸੀਂ ਆਪਦਾ ਕੋਈ ਅੱਗੇ ਪਲਾਨ ਕਰਨਾ ਬਿਜ਼ਨਸ ਦਾ ਜਾਂ ਘਰ ਦਾ, ਤਾਂ ਬੈਂਕ ਤੁਹਾਨੂੰ ਈਜ਼ੀਲੀ ਫਾਈਨੈਂਸ ਵੀ ਨਹੀਂ ਕਰਦਾ, ਕਿਉਂਕਿ ਤੁਹਾਡੀ ਇਨਕਮ ਥੋੜੀ ਹੁੰਦੀ ਹੈ, ਐਂਡ ਤੁਹਾਡੇ ਤੇ ਪਹਿਲਾਂ ਹੀ ਕਾਰ ਦਾ ਫਾਈਨੈਂਸ ਹੁੰਦਾ ਹੈ, ਜਿਸ ਦੇ ਕਾਰਨ ਘਰ ਦੀ ਅਮਾਊਂਟ ਬਹੁਤ ਹੀ ਰਿਡਿਊਸ ਕਰ ਦਿੰਦੇ ਆ, ਐਂਡ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਅੱਗੇ ਸਾਹਮਣਾ ਕਰਨਾ ਪੈਂਦਾ ਹੈ। ਤਾਂ ਮੇਰੀ ਸੁਜੈਸ਼ਨ ਇਸ ਦੇ ਵਿੱਚ ਇਹੀ ਹੈ ਜੀ ਕਿ ਟਰਾਈ ਟੂ ਅਵੋਇਡ ਐਕਸਪੈਂਸਿਵ ਕਾਰਸ। ਜਿੱਦਾਂ ਕਿ ਫਸਟ ਟਾਈਮ ਜਦ ਮੇਰੀ ਫਸਟ ਕਾਰ ਸੀਗੀ, ਮੈਂ 4500 ਡਾਲਰ ਦੇ ਵਿੱਚ ਫੋਰਡ ਫਿਊਜ਼ਨ 2010 ਮਾਡਲ ਦਾ ਵਹੀਕਲ ਲਿਆ ਸੀਗਾ। ਉਹ ਮੈਂ ਕੈਸ਼ ਹੀ ਖਰੀਦ ਲਿਆ, ਇਸ ਲਈ ਮੈਨੂੰ ਫਾਈਨੈਂਸ ਦਾ ਕੋਈ ਸਟ੍ਰੈਸ ਨਹੀਂ ਰਿਹਾ। ਪੁਰਾਣਾ ਵਹੀਕਲ ਸੀ, ਮੈਨੂੰ ਫੁੱਲ ਇੰਸ਼ੋਰੈਂਸ ਵੀ ਨਹੀਂ ਕਰਵਾਉਣੀ ਪਈ, ਥਰਡ ਪਾਰਟੀ ਇੰਸ਼ੋਰੈਂਸ ਕਰਵਾਈ, ਜਿਸ ਦਾ ਸਿਰਫ 200 ਡਾਲਰ ਇੰਸ਼ੋਰੈਂਸ ਦਿੰਦਾ ਸੀਗਾ ਮੈਂ, ਐਂਡ ਬਾਕੀ ਗੈਸ ਦਾ ਖਰਚਾ ਸੀ 200-250 ਡਾਲਰ ਦਾ। ਸੋ ਮੇਰਾ ਓਵਰਆਲ ਵਹੀਕਲ ਦਾ ਖਰਚਾ ਸੀਗਾ ਕਹਿ ਲਓ 400-450 ਡਾਲਰ ਮੰਥ ਦਾ।
ਕਿੱਥੇ 1200 ਤੋਂ 1400 ਡਾਲਰ, ਕਿੱਥੇ 400-450। ਡਿਸੀਜਨਸ ਤੁਹਾਡੀਆਂ ਨੇ ਜੀ, ਸੋਚਣਾ ਤੁਸੀਂ ਹੈ। ਮੇਰਾ ਕੰਮ ਆ ਸਿਰਫ ਸਲਾਹ ਦੇਣਾ ਹੈ ਨਾ ਜੀ। ਮੈਂ ਸਲਾਹ ਦੇ ਸਕਦਾ ਕਿ ਤੁਹਾਡੇ ਲਈ ਕੀ ਬੈਟਰ ਆ, ਕਿਉਂਕਿ ਮੈਂ ਇਹ ਗਲਤੀਆਂ ਕੁਛ ਕੀਤੀਆਂ ਪਰ ਕੁਛ ਤੋਂ ਮੇਰੇ ਲਈ ਬਚਿਆ। ਇਸ ਦੇ ਨਾਲ ਹੀ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਐਂਡ ਹੋਪਫੁਲੀ ਇਹ ਵੀਡੀਓ ਤੁਹਾਡੇ ਲਈ ਰੀਅਲੀ ਹੈਲਪਫੁਲ ਹੋਵੇਗੀ। ਮੈਂ ਕੋਈ ਪ੍ਰੋਫੈਸ਼ਨਲ ਐਡਵਾਈਜ਼ਰ ਤਾਂ ਨਹੀਂ ਆ, ਬਟ ਇਹ ਕੁਝ ਮਿਸਟੇਕਸ ਸੀ ਜੋ ਮੈਂ 3 ਸਾਲ ਦੇ ਵਿੱਚ ਦੁਹਰਾਈਆਂ ਐਂਡ ਕੁਝ ਮੇਰੇ ਫਰੈਂਡਸ ਨੇ ਵੀ ਦੁਹਰਾਈਆਂ, ਤਾਂ ਮੈਂ ਸਿਰਫ ਆਪਣੇ ਐਕਸਪੀਰੀਐਂਸਿਸ ਸ਼ੇਅਰ ਕੀਤੇ ਨੇ। I hope that this video gonna help you and you can also avoid these mistakes by learning. ਅਗਰ ਤੁਹਾਨੂੰ ਸਾਡਾ ਕੰਟੈਂਟ ਵਧੀਆ ਲੱਗਦਾ ਹੈ ਜੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।